दिबाण तू है मेरे स्वामी, मैं तुद आगे अरदास। मैं होर थाऊं नाही, जिस पै करो बेनंती। मेरा दुख सुख तुझ ही पास। ए बेनती रूपी बचन जीव रूपी इस्त्री दे हिरदे दी वेदना है। उस खसम प्रभु ते अटल भरोसा है, अटुट विश्वास है। ताही तां जीव रूपी इस्त्री उस अकाल पुरख प्रभु दे चरना विच अरदास बेनती जोदड़ी करदी है। दरअसल अरदास शब्द अर्ज ਅਤੇ ਦਾਸਤਾਨ ਦੋ ਸ਼ਬਦਾਂ ਦੀ ਸੰਧੀ ਹੈ, ਪਰ ਗੁਰਮਤ ਵਿੱਚ ਇਹ ਸੰਧੀ ਕੇਵਲ ਸ਼ਬਦਾਂ ਦੀ ਦਾਸਤਾਨ ਨਹੀਂ ਹੈ। ਇਹ ਜੀਵ ਰੂਪੀ ਇਸਤਰੀ ਤੇ ਖਸਮ ਪ੍ਰਭੂ ਵਿਚਕਾਰ ਸੰਧੀ ਹੈ। ਇਸੇ ਕਰਕੇ ਸਮਗਰ ਸ੍ਰਿਸ਼ਟੀ ਦੇ ਜੀਵ ਹਰ ਵਕਤ ਆਪਣੇ ਜੀਵਨ ਦੀ ਦਿਨਚਰਿਆ ਉਸ ਅਕਾਲ ਪੁਰਖ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਰੰਭ ਕਰਦੇ ਨੇ ਤੇ ਸੰਧਿਆ ਵੇਲੇ ਵੀ ਅਰਦਾਸ ਕਰਕੇ ਉਸ ਦਾ ਸ਼ੁਕਰਾਨਾ ਅਦਾ ਕਰਦੇ ਨੇ। ਗੌੜੀ ਸੁਖਮਣੀ ਮਹਿਲਾ ਪੰਜਵਾਂ ਵਿੱਚ ਪੰਚਮ ਗੁਰਦੇਵ ਫਰਮਾਉਂਦੇ ਨੇ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। तेरी राह
अरदास, जियो पिंड सब तेरी रास। तुम मात पिता हम बारिक तेरे, तुमरी कृपा मैं सूख कनेरे। इस शब्द ਦਾ ਗਾਇਨ ਕੀਤਾ ਸੀ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ। ਗੁਰਮਤ ਅਨੁਸਾਰ ਅਰਦਾਸ ਪੂਰਨ ਦ੍ਰਿੜਤਾ ਦੇ ਨਾਲ ਉਸ ਅੱਗੇ ਕਰਨੀ ਚਾਹੀਦੀ ਹੈ ਜੋ ਸਰਬ ਕਲਾ ਸਮਰੱਥ ਹੈ। ਤਾਂ ਤੇ ਫਿਰ ਸਰਬ ਕਲਾ ਸਮਰੱਥ ਕੇਵਲ ਤੇ ਕੇਵਲ ਅਕਾਲ ਪੁਰਖ ਪ੍ਰਭੂ ਹੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਬੇਨਤੀ ਰੂਪ ਵਿੱਚ ਹੈ, ਜਾਂ ਇੰਜ ਕਹਿ ਲਈਏ ਧੁਰ ਕੀ ਬਾਣੀ ਦੇ ਵਿੱਚ ਅਰਦਾਸ ਦਾ ਸਹੀ ਸਰੂਪ ਉੱਤਮ ਜੁਗਤ ਭਗਤ ਸਹਿਬਾਨ, ਗੁਰੂ ਸਹਿਬਾਨ ਤੇ ਹੋਰਨਾਂ ਮਹਾਪੁਰਸ਼ਾਂ ਨੇ ਸੁਚੱਜੇ ਢੰਗ ਨਾਲ ਦਰਸਾਈ ਹੈ। ਸੁਣਦੇ ਹਾਂ ਤੀਰਥ ਸਿੰਘ ਢਿੱਲੋਂ ਹੋਰਾਂ ਪਾਸੋਂ ਵਾਰਤਾ, ਗੁਰਬਾਣੀ ਵਿੱਚ ਅਰਦਾਸ ਦਾ ਸੰਕਲਪ। ਗੁਰਬਾਣੀ ਫਲਸਫੇ ਮੁਤਾਬਕ ਗੁਰਸਿੱਖ ਨੇ ਹਰ ਦੁੱਖ ਸੁੱਖ ਵਿੱਚ ਅਕਾਲ ਪੁਰਖ ਦੇ ਸਨਮੁਖ ਇਕਾਗਰਚਿਤ ਹੋ ਕੇ ਅਰਦਾਸ ਕਰਨੀ ਹੈ। ਹਰੇਕ ਧਰਮ ਵਿੱਚ ਅਰਦਾਸ ਦੀ ਮਹੱਤਤਾ ਨੂੰ ਪ੍ਰਵਾਨ ਕੀਤਾ ਗਿਆ ਹੈ ਅਤੇ ਇਸ ਦੇ ਕਈ ਨਾਂ ਹਨ, ਜਿਵੇਂ ਜੋਦੜੀ, ਅਰਜ਼ੋਈ, ਬੇਨਤੀ, ਦੁਆ, ਪ੍ਰੇਅਰ, ਪ੍ਰਾਰਥਨਾ ਅਤੇ ਅਰਦਾਸ। ਸਿੱਖ ਧਾਰਮਿਕ ਮਾਨਤਾਵਾਂ ਮੁਤਾਬਕ ਸ਼ਰਧਾਲੂ ਨੇ ਨਾਮ ਦੀ ਪ੍ਰਾਪਤੀ, ਵਿਸ਼ੇ ਵਿਕਾਰਾਂ ਦੇ ਜੰਜਾਲ ਤੋਂ ਮੁਕਤ ਹੋਣ, ਆਤਮਿਕ ਬਲ ਪ੍ਰਾਪਤ ਕਰਨ ਹਿਤ ਅਤੇ ਨਿੱਜੀ ਅਰਥਾਤ ਸੰਸਾਰਿਕ ਕਾਰਜਾਂ ਦੀ ਸਫਲਤਾ ਤੇ ਕਾਮਯਾਬੀ ਲਈ ਸਤਿਗੁਰ ਪਾਸ ਬੇਨੰਤੀਆ ਦੇ ਮਹਾਵਾਕ ਮੁਤਾਬਕ ਅਰਦਾਸ ਬੇਨਤੀ ਕਰਨੀ ਹੈ। ਅਰਦਾਸ ਨਿਮਾਣੇ ਨਿਤਾਣੇ ਹੋ ਕੇ ਪੂਰਨ ਸਮਰਪਣ ਭਾਵਨਾ ਨਾਲ ਕਰਨੀ ਹੈ। ਜਿਵੇਂ ਗੁਰਵਾਕ ਹੈ, ਤੂੰ ਠਾਕਰ ਤੂੰ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। तुम मात पिता हम बारिक तेरे, तुमरी कृपा में सूख कनेरे। कोई न जाने तुमरा अंत, ऊँचे ते ऊँचा भगवंत। सगल समग्री तुमरे सूत्रधारी, तुम ते होए स्वाज्ञाकारी। तुमरी गत मित तुम ही जानी, नानक दास सदा कुर्बानी। ਬਾਣੀ ਗੌੜੀ ਸ਼੍ਰੀ ਸੁਖਮਨੀ ਸਾਹਿਬ। ਸਰਬੱਤ ਦੇ ਭਲੇ ਲਈ ਅਰਦਾਸ ਕਰਨ ਵਾਲਾ ਜਾਚਕ ਕਰਤੇ ਦਾ ਇਸ ਗੱਲੋਂ ਵੀ ਧੰਨਵਾਦ ਕਰਦਾ ਹੈ ਕਿ ਉਸ ਨੇ ਅਪਾਰ ਬਖਸ਼ਿਸ਼ ਕਰਕੇ, ਮਿਹਰਮਤ ਕਰਕੇ ਉਸ ਦੀ ਜ਼ਿੰਦਗੀ ਦੇ ਕਈ ਪਹਿਰ ਰੱਬੀ ਭਾਣੇ ਵਿੱਚ ਲੰਘਵਾ ਦਿੱਤੇ ਨੇ ਅਤੇ ਦੋਏ ਕਰ ਜੋਰ ਕਰੋ ਬੇਨੰਤੀ ਦੇ ਮਹਾਵਾਕ ਅਨੁਸਾਰ ਉਹ ਅਰਜ਼ੋਈ ਕਰਦਾ ਹੈ ਕਿ ਬਾਕੀ ਦਾ ਰਹਿੰਦਾ ਜੀਵਨ ਵੀ ਰੱਬੀ ਰਜ਼ਾ ਅੰਦਰ ਰਾਜ਼ੀ ਰਹਿੰਦਿਆਂ ਸ਼ਾਕਰ ਹੋ ਕੇ ਗੁਜ਼ਰੇ। ਅਰਦਾਸ ਦਾ ਅਸਲ ਮਕਸਦ ਤੇ ਮਨੋਰਥ ਸੰਸਾਰਕ ਮੰਗਾਂ ਅਤੇ ਲੋੜਾਂ ਗਰਜ਼ਾਂ ਦੀ ਪੂਰਤੀ ਲਈ ਬੇਨਤੀ ਕਰਨਾ ਹੀ ਨਹੀਂ, ਬਲਕਿ ਇਸ ਦਾ ਅਸਲ ਮਕਸਦ ਤੇ ਉਦੇਸ਼ ਜੋ ਕੁਝ ਸਾਨੂੰ ਅਕਾਲ ਪੁਰਖ ਤੋਂ ਪ੍ਰਾਪਤ ਹੋਇਆ ਹੈ ਉਸ ਦਾ ਰੋਮ ਰੋਮ ਕੋਟਾਨ ਕੋਟ ਧੰਨਵਾਦ ਕਰਨਾ ਹੈ। ਦੀਵਾਨ ਨੰਦ ਲਾਲ ਗੋਇਆ ਤਨਖਾਹਨਾਮੇ ਵਿੱਚ ਕਰੜੀ ਤਾਕੀਦ ਕਰਦੇ ਨੇ ਕਿ ਗੁਰਸਿੱਖ ਅਤੇ ਰੱਬੀ ਜੂੜੇ ਨੂੰ ਉੱਠਦਿਆਂ ਬੈਠਦਿਆਂ ਅਰਦਾਸ ਕਰਨੀ ਚਾਹੀਦੀ ਹੈ। ਉਹ ਕਿਸੇ ਕਾਰਜ ਨੂੰ ਵੀ ਅਰਦਾਸ ਤੋਂ ਬਿਨਾਂ ਪੂਰਾ ਹੋਇਆ ਨਾ ਸਮਝੇ। ਇਸ ਲਈ ਆਪ ਹੁਦਰਾ ਅਤੇ ਮਨਮਤੀ ਸਿੱਖ ਗੁਰੂ ਨੂੰ ਪਾਉਂਦਾ ਨਹੀਂ। ਅਰਦਾਸ ਕਰਤੇ ਦੀ ਹਸਤੀ ਨੂੰ ਆਪਣੇ ਸਨਮੁਖ ਜਾਣ ਕੇ ਆਪਣੇ ਆਪ ਨੂੰ ਉਸ ਦੇ ਤਾਬੇ ਰੱਖਣ ਦੀ ਭਾਵਨਾ ਨਾਲ ਕੀਤੀ ਜਾਵੇ। ਗੁਰਵਾਕ ਹੈ, ਤੂੰ ਅਥਾ ਅਪਾਰ ਅਤ ਊਚਾ, ਕੋਈ ਅਵਰ ਨ ਤੇਰੀ ਭਾਤੇ। ਇਹ ਅਰਦਾਸ ਹਮਾਰੀ ਸੁਆਮੀ, ਵਿਸਰ ਨਾਹੀ ਸੁਖ ਦਾਤੇ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸੰਸਾਰਿਕ ਪ੍ਰਾਣੀਆਂ ਨੂੰ ਸੁਚੇਤ ਅਤੇ ਚੇਤੰਨ ਕਰਦੇ ਨੇ ਕਿ ਅਰਦਾਸ ਕਰਨ ਲੱਗਿਆਂ ਪ੍ਰਥਮੇ ਮਨ ਵਿੱਚ ਹਲੀਮੀ ਭਾਵ ਪੈਦਾ ਕੀਤਾ ਜਾਵੇ ਅਤੇ ਫਿਰ ਆਪਾ ਸਮਰਪਣ ਕੀਤਾ ਜਾਵੇ। ਮੁਖਵਾਕ ਹੈ, ਨਾਨਕ ਏਕ ਕਹਿ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਅਰਦਾਸ ਕਰਨ ਦੀ ਜੁਗਤੀ ਦ੍ਰਿੜ ਕਰਾਉਂਦਿਆਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਮਾਰਗਦਰਸ਼ਨ ਕਰਦੇ ਹਨ ਕਿ ਜਗਿਆਸੂ ਜਾਂ ਅਰਦਾਸੀਆ ਖਲੋ ਕੇ ਅਰਦਾਸ ਕਰੇ। ਗੁਰੂ ਗ੍ਰੰਥ ਸਾਹਿਬ ਦੇ ਅੰਗ 1093 ਤੇ ਆਪ ਜੀ ਦੇ ਇਸ ਪ੍ਰਥਾਏ
ਅਮਲੀਕ ਬਚਨ ਹਨ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਪੰਜਵੇਂ ਪਾਤਸ਼ਾਹ ਇਸ ਨੂੰ ਹੋਰ ਸਪਸ਼ਟ ਕਰਦਿਆਂ ਸੇਧ ਪ੍ਰਦਾਨ ਕਰਦੇ ਨੇ ਕਿ ਅਰਦਾਸ ਕਰਨ ਸਮੇਂ ਹਲੀਮੀ ਅਤੇ ਨਿਮਰਤਾ ਵਜੋਂ ਹੱਥ ਜੋੜ ਕੇ ਬੇਨਤੀ ਕੀਤੀ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 736 'ਤੇ ਆਪ ਫਰਮਾਨ ਕਰਦੇ ਹਨ, ਦੋਇ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਇਹ ਗੱਲ ਵੀ ਧਿਆਨ ਵਿੱਚ ਰੱਖਣੀ ਬਣਦੀ ਹੈ ਕਿ ਅਰਦਾਸ ਬੇਨਤੀ ਇਕਾਗਰ ਚਿੱਤ ਸਮਰੱਥ ਪ੍ਰਭੂ ਅੱਗੇ ਹੂਕ, ਜੋਦੜੀ, ਤਰਲਾ ਮਿੰਨਤ ਅਤੇ ਪ੍ਰਾਰਥਨਾ ਹੈ। ਇਹ ਕੋਈ ਰਸਮ ਜਾਂ ਉਪਚਾਰਕਤਾ ਨਹੀਂ ਹੈ, ਕਿਉਂਕਿ ਅਰਦਾਸ ਵਿੱਚ ਜੁੜਨਾ ਇੱਕ ਅਤੀ ਸੂਖਮ ਅਤੇ ਪਵਿੱਤਰ ਤੇ ਸਰਵਸ਼੍ਰੇਸ਼ਠ ਕਾਰਜ ਹੈ। ਸੱਚੇ ਮਨੋਂ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ। ਇਸ ਦੀ ਮਿਸਾਲ ਇਤਿਹਾਸ ਵਿੱਚ ਮਿਲਦੀ ਹੈ ਕਿ ਜਦੋਂ ਸੰਨ 1976 ਦੀ ਭਿਆਨਕ ਗਰਮੀ ਵਿੱਚ ਸਮੁੱਚਾ ਇੰਗਲਿਸਤਾਨ ਪਾਣੀ ਦੀ ਅਤਿਅੰਤ ਥੁੜੋਂ ਕਾਰਨ ਕੁਰਲਾ ਰਿਹਾ ਸੀ, ਤਾਂ ਉੱਥੇ ਵਸਦੀਆਂ ਸਿੱਖ ਸੰਗਤਾਂ ਨੇ ਏਡੀ ਭਾਵਪੂਰਤ ਅਰਦਾਸ ਗੁਰੂ ਸਨਮੁਖ ਕੀਤੀ, ਜਿਹੜੀ ਇੱਕ ਕੌਤਕ ਜਾਂ ਚਮਤਕਾਰ ਹੋ ਨਿਬੜੀ। ਇੱਧਰ ਸਾਊਥ ਹਾਲ ਦੇ ਗੁਰੂ ਘਰ ਵਿੱਚ ਅਰਦਾਸ ਉਪਰੰਤ ਪਵਿੱਤਰ ਹੁਕਮਨਾਮਾ ਲਿਆ ਜਾ ਰਿਹਾ ਸੀ, ਅਤੇ ਉੱਧਰ ਦੂਜੇ ਬੰਨੇ ਬਾਹਰ ਬਿਲਕੁਲ ਸਾਫ਼ ਵਾਤਾਵਰਣ ਵਿੱਚੋਂ ਇੱਕ ਬਦਲੀ ਪ੍ਰਗਟ ਹੋਈ, ਜਿਹਨੇ ਝੜੀ ਲਾ ਦਿੱਤੀ। ਪਲਾਂ ਵਿੱਚ ਇੰਗਲੈਂਡ ਦੀ ਕਈ ਸਾਤਿਆਂ ਤੋਂ ਸੁੱਕੀ ਅਤੇ ਖੁਸ਼ਕ ਧਰਤੀ ਵਿੱਚੋਂ ਭਰਵੀਂ ਬਾਰਿਸ਼ ਨਾਲ ਖੁਸ਼ਬੂਆਂ ਨੇ ਮਾਹੌਲ ਨੂੰ ਮੁਅੱਤਰ ਕਰ ਦਿੱਤਾ। ਸਾਰੇ ਪਾਸੇ ਆਨੰਦ ਛਾ ਗਿਆ। ਇਸ ਬਾਰੇ ਉਰਦੂ ਦੇ ਇੱਕ ਸ਼ਾਇਰ ਦਾ ਕਥਨ ਹੈ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮਗਰ ਮੁਸ਼ਕਿਲ तो ये है कि ये ਮੁਸ਼ਕਿਲ ਸੇ ਹੋਤੀ ਹੈ। ਬਹੁਤੇ ਲੋਕ ਅਰਦਾਸ ਕਰਨ ਵੇਲੇ ਸਰੀਰਕ ਰੂਪ ਵਿੱਚ ਤਾਂ ਉੱਥੇ ਮੌਜੂਦ ਹੁੰਦੇ ਹਨ, ਪਰ ਮਨ ਉਹਨਾਂ ਦਾ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ। ਇਹ ਮਹਿਜ਼ ਰਸਮ ਹੋ ਕੇ ਰਹਿ ਜਾਂਦੀ ਹੈ। ਇਸੇ ਵਿਚਾਰ ਨੂੰ ਗੁਰਬਾਣੀ ਇਉਂ ਦ੍ਰਿੜ ਕਰਵਾਉਂਦੀ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਨਿਮਾਣੇ ਬਣ ਕੇ, ਨਿਆਸਰੇ ਬਣ ਕੇ ਅਰਦਾਸ ਕਰਨ ਨਾਲ ਮਨੋਚਿੰਦੇ ਫਲ ਸਹਿਜੇ ਹੀ ਪ੍ਰਾਪਤ ਹੁੰਦੇ ਹਨ। ਜਦੋਂ ਸਾਰੇ ਹੀਲੇ ਵਸੀਲੇ ਕੰਮ ਨਾ ਆਉਣ ਤਾਂ ਗੁਰਬਾਣੀ ਤੋਂ ਅੱਗੋਂ ਲਈ ਇਹ ਰਹਿਨੁਮਾਈ ਪ੍ਰਾਪਤ ਹੁੰਦੀ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਆਦਿ, ਵਿਆਧ ਅਤੇ ਉਪਾਦ, ਇਹਨਾਂ ਤਿੰਨਾਂ ਰੋਗਾਂ ਅਤੇ ਤਾਪਾਂ ਸੰਤਾਪਾਂ ਨੇ ਸਮਸਤ ਸੰਸਾਰ ਨੂੰ ਆਪਣੀ ਪਕੜ ਵਿੱਚ ਅਤੇ ਗ੍ਰਿਫਤ ਵਿੱਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ, ਨੂੜਿਆ ਹੋਇਆ ਹੈ। ਇਹਨਾਂ ਤੋਂ ਛੁਟਕਾਰੇ ਦਾ ਰਸਤਾ ਪੂਰੇ ਗੁਰੂ ਸਨਮੁਖ ਅਰਦਾਸ ਬੇਨਤੀ ਹੀ ਹੈ। ਗੁਰਵਾਕ ਹੈ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨ ਕੋ ਲਾਗੇ, ਜਾਂ ਕਿ ਪ੍ਰਭ ਆਗੇ ਅਰਦਾਸ। ਅਜੋਕੇ ਮਨੋਵਿਗਿਆਨੀ ਵੀ ਇਸ ਤੱਥ ਨੂੰ ਸਵੀਕਾਰ ਕਰਦੇ ਨੇ ਕਿ ਸੱਚੀ ਅਰਦਾਸ ਮਨੁੱਖ ਨੂੰ ਆਤਮਿਕ ਤੌਰ 'ਤੇ ਬਲਵਾਨ ਅਤੇ ਸ਼ਕਤੀਸ਼ਾਲੀ ਬਣਾਉਂਦੀ ਹੈ, ਜਿਸ ਆਸਰੇ ਮਨੁੱਖ ਮਾਤਰ ਅਕਾਲ ਪੁਰਖ ਨਾਲ ਨੇੜਤਾ ਹਾਸਲ ਕਰਦਾ ਹੈ, ਭਾਣਾ ਮੰਨਣਾ ਸਿੱਖਦਾ ਹੈ ਅਤੇ ਜ਼ਿੰਦਗੀ ਦੇ ਉੱਚਤਮ ਅਤੇ ਰੂਹਾਨੀ ਨਿਸ਼ਾਨਿਆਂ ਤੋਂ ਲਾਂਭੇ ਨਹੀਂ ਜਾਂਦਾ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਰਚਿਤ ਕਵਿਓਵਾਚ ਬੇਨਤੀ ਚੌਪਈ ਅਰਦਾਸ ਦਾ ਆਦਰਸ਼ਕ ਅਤੇ ਉਤਕ੍ਰਿਸ਼ਟ ਰੂਪ ਹੈ। ਤਬ ਚਰਨਨ ਮ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੇ ਮੁਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਅਤੇ ਅੰਤ ਵਿੱਚ ਆਪ ਨਿਚੋੜ ਕੱਢਦੇ ਹਨ, ਖੜਗ ਕੇਤ ਮਹਿ ਸਰਨ ਤਿਹਾਰੀ, ਆਪ ਹਾਥ ਦੇ ਲਿਹੋ ਉਬਾਰੀ, ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਜਦੋਂ ਅਵਸਥਾ ਇਹ ਬਣ ਜਾਵੇ, ਮੈਂ ਸਭ ਕੁਛ ਛੋੜ ਪ੍ਰਭ ਤੁਹੀਂ ਤੇ ਆਇਆ, ਅਤੇ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ
ਗੋਬਿੰਦ ਦਾਸ ਤੁਹਾਰ। ਤਾਂ ਫਿਰ ਸੇਵਕ ਦੀ ਅਰਦਾਸ ਫਲੀਭੂਤ ਹੁੰਦੀ ਹੈ, ਸੁਣੀ ਜਾਂਦੀ ਹੈ। ਸਭ ਸਿਸ਼ਟ ਸੇਵੈ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਅਰਦਾਸ ਕਰਨ ਨਾਲ ਸਭ ਵਿਘਨ ਨਾਸ਼ ਹੋ ਜਾਂਦੇ ਹਨ। ਬਾਣੀ ਹੈ, ਵਿਘਨ ਨਾ ਕੋ ਲਾਗਤਾ ਗੁਰ ਪੈ ਅਰਦਾਸ। ਇੱਕ ਅਰਦਾਸ ਦਾ ਰੂਪ ਹੋਰ ਹੈ, ਉਹ ਹੈ ਅਬੋਲ ਰੂਪ ਵਿੱਚ ਅਰਦਾਸ, ਅਰਥਾਤ ਮੂੰਹੋਂ ਬੋਲਣਾ ਨਹੀਂ ਪੈਂਦਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਦੇ ਮਹਾਵਾਕ ਅਨੁਸਾਰ ਅਵਸਥਾ ਇਹ ਹੁੰਦੀ ਹੈ, ਬਿਨ ਬੋਲਿਆਂ ਸਭ ਕੁਝ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਮੰਨੇ ਪਰਮੰਨੇ ਵਿਦਵਾਨਾਂ ਮੁਤਾਬਕ ਸਿੱਖ ਪੰਥ ਦੀ ਅਰਦਾਸ ਕੌਮ ਦੀ ਸੰਖੇਪ ਹਿਸਟਰੀ, ਤਾਰੀਖ ਅਤੇ ਇਤਿਹਾਸ ਹੈ। ਜਿਵੇਂ ਗੁਰੂ ਸਾਹਿਬ ਦੇ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਸਚਿਆਰਿਆਂ, ਪਿਆਰਿਆਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਬੰਦ ਕਟਾਏ, ਚਰਖੀਆਂ 'ਤੇ ਚੜ੍ਹੇ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲੀ, ਕੁਰਬਾਨੀਆਂ ਦਿੱਤੀਆਂ, ਸਿੱਖੀ ਸਦਕ ਭਰੋਸਾ ਕੇਸਾਂ ਸਵਾਸਾਂ ਨਾਲ ਨਿਭਾਇਆ, ਧਰਮ ਨੇ ਹਾਰਿਆ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ। ਅੰਤ ਵਿੱਚ ਇਸ ਵਿਚਾਰ ਨੂੰ ਇਹਨਾਂ ਪਾਵਨ ਪੰਕਤੀਆਂ ਨਾਲ ਸਮਾਪਤ ਕਰਦੇ ਹਾਂ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਗੁਰਬਾਣੀ ਵਿੱਚ ਅਰਦਾਸ ਦਾ ਸੰਕਲਪ। ਇਹ ਵਾਰਤਾ ਸੁਣਾ ਰਹੇ ਸਨ ਤੀਰਥ ਸਿੰਘ ਢਿੱਲੋਂ। ਪਾਰ ਬ੍ਰਹਮ ਤੇ ਜਨ ਦਾ ਰਿਸ਼ਤਾ ਧੁਰ ਦਰਗਾਹੀ ਹੈ। ਜਨ ਪ੍ਰਭੂ ਤੋਂ ਵੱਖਰਾ ਹੈ ਹੀ ਨਹੀਂ, ਬਸ ਵਿਚਕਾਰ ਇੱਕ ਹਉਮੈ ਦੀ ਕੰਧ ਹੈ। ਜੇਕਰ ਜਨ ਬਣ ਕੇ ਪੂਰਨ ਪਾਰ ਬ੍ਰਹਮ ਦੇ ਚਰਨਾਂ ਵਿੱਚ ਪੂਰਨ ਭਰੋਸੇ ਨਾਲ ਅਰਜ਼ੋਈ ਕੀਤੀ ਜਾਵੇ, ਤਾਂ ਫਿਰ ਸਾਰੀ ਸ੍ਰਿਸ਼ਟੀ ਦਾ ਸਾਈਂ ਕਿਰਪਾ ਦੇ ਘਰ ਵਿੱਚ ਆ ਹੀ ਜਾਂਦਾ ਹੈ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ, ਹੋ ਤੁਧ ਧਿਆਈ। ਸਰਵਣ ਕਰਦੇ ਹਾਂ ਭਾਈ ਹਰੀ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਸੱਚਾ ਸਾਈਂ। ਪ੍ਰਭ ਪਾਸ ਜਨ ਕੀ ਅਰਦਾਸ, ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਸੱਚਾ ਸਾਈਂ। ਪ੍ਰਭ ਪਾਸ, ਪ੍ਰਭ ਪਾਸ, ਪ੍ਰਭ ਪਾਸ ਜਨ ਕੀ ਅਰਦਾਸ। ਤੂੰ ਰਖਵਾਲਾ ਸਦਾ ਸਦਾ, ਤੂੰ ਰਖਵਾਲਾ ਸਦਾ ਸਦਾ, ਹੋ ਤੁਧ ਧਿਆਈ, ਹੋ ਤੁਧ ਧਿਆਈ, ਤੂੰ ਸੱਚਾ ਸਾਈਂ, ਤੂੰ ਸੱਚਾ ਸਾਈਂ। ਪ੍ਰਭ
जन की अरदास 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 प्रभु पास प्रभु पास प्रभु पास जन की अरदास जंत सब तेरिया जी जंत सब तेरिया तू रहा समाई तू रहा समाई तू सच्चा साईं तू सच्चा साईं प्रभु पास जन की अरदास 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 प्रभु पास प्रभु पास प्रभु पास जन की अरदास जो दास तेरे की निंदा करे जो दास तेरे की निंदा करे तिस मार पचाई तिस मार पचाई सच्चा साईं तू सच्चा साईं प्रभु पास जन की अरदास 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 प्रभु पास प्रभु पास प्रभु पास जन की अरदास चिंता छाड़ अचिंत रहो चिंता छाड़ अचिंत रहो नानक लग पाई नानक लग पाई सच्चा साईं तू सच्चा साईं प्रभु पास जन की प्रभ पास जन की अरदास तू सच्चा साईं तू रखवाला सदा सदा हो तुद ਧਿਆਈ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਹਰੀ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ। हरे अमृत